स्वागत है ਤੁਹਾਡੇ ਆਪਣੇ YouTube ਚੈਨਲ ਜਿੱਥੇ ਮਿਲਦੇ ਨਵੇਂ ਕੰਪੀਟੀਸ਼ਨ ਤੇ ਮੈਰੀਟੋਰੀਅਸ ਅਪਡੇਟ। ਸੋ ਸਾਥੀਓ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੇ ਪਹਿਲੇ ਮੌਕ ਟੈਸਟ ਦੀ, ਜਿਹੜਾ ਕਿ ਸਾਡਾ ਪਹਿਲਾ ਐਗਜ਼ਾਮ ਹੈ ਡਾਕਟਰ ਬੀ ਆਰ ਅੰਬੇਦਕਰ ਨਾਲ ਸੰਬੰਧਿਤ 16ਵੀਂ ਕਿਤਾਬ ਪ੍ਰਤੀਯੋਗਤਾ, ਜਿਹੜਾ ਨਾਮ ਹੈ ਡਾਕਟਰ ਅੰਬेडकर्स लाइफ स्ट्रगल, डॉक्टर अंबेडकर का जीवन संघर्ष। तो ਅੱਜ ਅਸੀਂ ਉसी ਪ੍ਰਤੀਯੋਗਤਾ ਦੇ ਲਈ ਪਹਿਲਾ ਮੌਕ ਟੈਸਟ ਜਿਹੜਾ ਹੈ ਉਹ ਪ੍ਰਪੇਅਰ ਕਰਨ ਜਾ ਰਹੇ ਹਾਂ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਲੋਕਤੰਤਰੀ ਸੰਵਿਧਾਨ ਦੀ ਮੂਲ ਵਿਚਾਰਧਾਰਾ ਦੇ ਮੁੱਖ ਤੱਤ ਕਿਹੜੇ ਹਨ। ਸੋ ਪਹਿਲਾਂ ਬਾਤ ਦਵਾਂ ਕਿ ਇਹ ਜਿਹੜਾ ਜਿੰਨਾ ਵੀ ਮੌਕ ਟੈਸਟ 1 ਹੈਗਾ ਇਹ ਡਾਕਟਰ ਅੰਬੇਦਕਰ ਕੀ ਹੈ, ਇਹ ਟੌਪਿਕ ਹੈ ਤੁਹਾਡੀ ਬੁੱਕ ਟੌਪਿਕ ਹੈ ਡਾਕਟਰ ਅੰਬੇਦਕਰ ਕੀ ਹੈ। ਉਸ ਤੋਂ ਪਹਿਲਾਂ ਜਿਹੜਾ ਟੌਪਿਕ ਹੈ ਸਾਰਾ ਕਵਰ ਕੀਤਾ ਗਿਆ ਸੀ। ਸੋ ਲੋਕਤੰਤਰੀ ਸੰਵਿਧਾਨ ਦੀ ਮੂਲ ਵਿਚਾਰਧਾਰਾ ਦੇ ਮੁੱਖ ਤੱਤ ਕਿਹੜੇ ਹਨ। ਸੋ ਬਰਾਬਰਤਾ ਵੀ ਜਿਹਨਾਂ ਥੰਮ ਹੈ, ਨਿਆਂ ਆਜ਼ਾਦੀ ਵੀ, ਭਾਈਚਾਰਾ ਵੀ, ਤਾਂ ਉਪਰੋਕਤ ਸਾਰੇ ਜਿਹੜਾ ਆਪਾਂ ਨੂੰ ਦਿਖ ਰਿਹਾ। ਤਾਂ ਆਨਸਰ ਉਪਰੋਕਤ ਸਾਰੇ ਆਣਾ। 16ਵੀਂ ਕਿਤਾਬ ਪ੍ਰਤੀਯੋਗਤਾ ਕਿਹਨਾਂ ਨੂੰ ਸਮਰਪਿਤ ਹੈ। ਸੋ ਇਹ ਪ੍ਰਤੀਯੋਗਤਾ ਸ਼ਾਂਤੀ ਸਵਰੂਪ ਬੋਧ ਜੀ ਨੂੰ ਸਮਰਪਿਤ ਹੈ। ਅਗਲਾ ਪ੍ਰਸ਼ਨ ਹੈ ਲੋਕਤੰਤਰ ਸੰਵਿਧਾਨ ਅਤੇ ਅੰਬੇਡਕਰਵਾਦ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਇੱਕ ਦੂਜੇ ਦੇ ਅਪੂਰਕ ਹਨ। ਲੋਕਤੰਤਰ ਭਾਰਤ ਦੀ ਸ਼ਾਨ ਹੈ। ਸੋ ਆਨਸਰ ਆਣਾ ਇਹ ਇੱਕ ਦੂਜੇ ਦੇ ਪੂਰਕ ਹਨ। ਸ਼ਾਂਤੀ ਸਵਰੂਪ ਦਾ ਪਹਿਲਾ ਨਾਮ ਕੀ ਸੀ। ਸੋ ਆਨਸਰ ਗੁਲਾਬ ਸਿੰਘ। ਇਹ ਕੁਐਸਚਨ ਆਪਣੇ ਆਪ 'ਚ ਇੰਪੋਰਟੈਂਟ ਹੈ। ਡਾਕਟਰ ਬੀ ਆਰ ਅੰਬੇਦਕਰ ਜੀ ਦੁਆਰਾ ਲਿਖੀ ਗਈ ਚਿੱਠੀ ਵਿੱਚ ਕਿਸ ਥਾਂ 'ਤੇ ਡਾਕਟਰ ਅੰਬੇਦਕਰ ਜੀ ਦਾ ਉਦਾਸ ਹੋਣ ਦਾ ਜ਼ਿਕਰ ਕੀਤਾ ਗਿਆ। ਸੋ ਪੋਇਬਾੜੀ ਵਿਖੇ ਡਾਕਟਰ ਅੰਬੇਦਕਰ ਜੀ ਦੁਆਰਾ ਉਦਾਸ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਬੋਧ ਸ਼ਾਂਤੀ ਸਵਰੂਪ ਦੁਆਰਾ ਡਾਕਟਰ ਅੰਬੇਦਕਰ ਜੀ ਆਪਣੇ ਦਲਿਤ ਸਾਹਿਤ ਨੂੰ ਸਮਰਪਿਤ ਕਿਹੜਾ ਪ੍ਰਕਾਸ਼ਨ ਛਾਪਿਆ ਗਿਆ। ਸਮਯਕ ਸ਼ਕ ਪ੍ਰਕਾਸ਼ਨ। ਹੁਣ ਇਸ ਕੁਐਸਚਨ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਇੱਕ ਕਨਫਿਊਜ਼ਨ ਰੱਖੀ ਸੀ ਸੰਖਿਅਕ ਲਿਖ ਕੇ। ਇਹ ਤਾਂ ਰੱਖੀ ਗਈ ਸੀ ਕਿਉਂਕਿ ਬੱਚੇ ਜਿਹੜੇ ਨੇ ਸਮ ਟਾਈਮ ਬਹੁਤ ਉੱਪਰੋਂ ਪੜ੍ਹ ਲੈਂਦੇ ਨੇ, ਬਾਹਰ ਡੀਪ ਨਹੀਂ ਪੜ੍ਹਦੇ, ਤਾਂ ਉਹਨੂੰ ਕਨਫਿਊਜ਼ਨ ਰਹਿੰਦੀ ਹੈ ਕਿ ਸਮਯਕ ਪੜ੍ਹਿਆ ਕੀ ਸੀ ਕਿ ਸੰਖਿਅਕ ਪੜ੍ਹਿਆ ਸੀ। ਹੁਣ ਤੁਹਾਨੂੰ ਯਾਦ ਰੱਖਣਾ ਪੈਣਾ ਕਿ ਉਹ ਸਮਯਕ ਸੀ, ਸੰਖਿਅਕ ਨਹੀਂ ਸੀ। ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ। ਇਹ ਪ੍ਰਸ਼ਨ ਆਪਣੇ ਆਪ 'ਚ ਬੜਾ ਇੰਪੋਰਟੈਂਟ ਪ੍ਰਸ਼ਨ ਹੈ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣਾ ਭਾਰਤੀ ਸੰਵਿਧਾਨ 26 ਨਵੰਬਰ 1949 ਵਿੱਚ ਜਿਹੜਾ ਹੈ ਉਹ ਪਾਸ ਹੋਇਆ ਸੀ ਅਤੇ ਲਾਗੂ 1950 ਵਿੱਚ ਹੋਇਆ ਸੀ। ਹੇਠ ਲਿਖਿਆਂ ਵਿੱਚੋਂ ਸ਼ਾਂਤੀ ਸਵਰੂਪ ਜੀ ਨੇ ਇਸ ਖੇਤਰ ਵਿੱਚ ਭੂਮਿਕਾ ਨਿਭਾਈ। ਪਹਿਲਾ ਹੈ ਰਿਪਬਲਿਕ ਪਾਰਟੀ ਦੇ ਰਾਸ਼ਟਰੀ ਵਿਆਪੀ ਭੂਮੀਹੀਣ ਸੱਤਿਆਗ੍ਰਹਿ ਅੰਦੋਲਨ 1964 GH ਨਿਭਾਈ ਸੀ। ਬੁੱਧਿਸਟ ਸੁਸਾਇਟੀ ਆਫ ਇੰਡੀਆ ਦਿੱਲੀ ਜੀ RPI ਸਰਗਰਮ ਇਹਦੇ 'ਚ ਵੀ ਨਿਭਾਈ ਸੀ। ਤਾਂ ਉੱਤਰ ਆਉਣਾ ਜੀ ਉਪਰੋਕਤ ਸਾਰੇ। ਹੇਠ ਲਿਖਿਆਂ ਵਿੱਚੋਂ ਕਿਹੜਾ ਕ੍ਰਮ ਸਹੀ ਹੈ। ਸੋ ਇਹ ਕੁਐਸਚਨ ਬੜਾ ਇੰਪੋਰਟੈਂਟ ਹੈ। ਇਹ ਕੁਐਸਚਨ ਨਿਊ ਦੇਖਣ ਨੂੰ ਮਿਲਿਆ ਤਾਂ ਇਹ ਕੁਐਸਚਨ ਜ਼ਰੂਰ ਪੜ੍ਹ ਜਾਣਾ। ਤਾਂ ਆਨਸਰ ਆਉਣਾ ਹੈ ਐਜੂਕੇਟ, ਅਜੀਟੇਟ ਅਤੇ ਆਰਗੇਨਾਈਜ਼। ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਪੇਪਰ ਵਿੱਚ ਆਉਣ ਵਾਲਾ ਕੁਐਸਚਨ ਹੈ। ਆਧੁਨਿਕ ਭਾਰਤ ਦੀ ਵਿਸ਼ਵ ਵਿੱਚ ਪਛਾਣ ਕਿਸ ਕਰਕੇ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਅੱਜ ਕੱਲ੍ਹ ਜਿਹੜਾ ਭਾਰਤ ਹੈ ਪੂਰੇ ਵਿਸ਼ਵ ਵਿੱਚ ਇੱਕ ਬਹੁਤ ਜ਼ਿਆਦਾ ਪਛਾਣ ਲੈ ਕੇ ਖੜਾ ਹੈ। ਤਾਂ ਇਹਦੀ ਜਿਹੜੀ ਪਛਾਣ ਹੈ ਇਹ ਸਿਰਫ ਔਰ ਸਿਰਫ ਇੱਥੋਂ ਦੇ ਲੋਕਤੰਤਰ ਅਤੇ ਸੰਵਿਧਾਨ ਕਰਕੇ ਹੀ ਹੈ। ਬੋਧ ਸ਼ਾਂਤੀ ਸਵਰੂਪ ਜੀ ਦੁਆਰਾ ਰਚਿਤ ਅਮਰ ਕ੍ਰਿਤੀਆਂ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਾਮਲ ਨਹੀਂ ਹੈ। ਸਿੱਖਣ ਦੇ ਰਾਹ, ਬਾਬਾ ਸਾਹਿਬ ਦੀ ਸੰਘਰਸ਼ ਯਾਤਰਾ, ਧੰਮਪਦ ਗਾਥਾ। ਉਪਰੋਕਤ ਵਿੱਚੋਂ ਕੋਈ ਨਹੀਂ। ਧੰਮਪਦ ਗਾਥਾ ਜਿਹੜੀ ਹੈ ਬੋਧ ਸ਼ਾਂਤੀ ਸਵਰੂਪ ਦੀ ਇੱਕ ਅਮਰ ਕ੍ਰਿਤੀ ਹੈ ਅਤੇ ਬਾਬਾ ਸਾਹਿਬ ਦੀ ਸੰਘਰਸ਼ ਯਾਤਰਾ ਵੀ ਬੋਧ ਸਵਰੂਪ ਜੀ ਦੀ ਅਮਰ ਕ੍ਰਿਤੀ ਹੈ। ਸੋ ਇੱਥੇ ਜਿਹੜਾ ਸਾਨੂੰ ਉੱਤਰ ਹੈ ਉਹ ਹੈ ਸਿੱਖਣ ਦੇ ਰਾਹ ਬੋਧ ਸ਼ਾਂਤੀ ਸਵਰੂਪ ਜੀ ਦੀ ਅਮਰ ਰਚਿਤ ਕ੍ਰਿਤੀ ਨਹੀਂ ਹੈ। ਡਾਕਟਰ ਅੰਬੇਦਕਰ ਜੀ ਅਨੁਸਾਰ ਸਰਵ ਉੱਚ ਇਜਾਦ ਕਿਹੜਾ ਹੈ। ਸੋ ਸਰਵ ਉੱਚ ਇਜਾਦ ਹੈ ਲੋਕਤੰਤਰ ਦੀ ਇਜਾਦ। ਸੋ ਇਹ ਪ੍ਰਸ਼ਨ ਬੜਾ ਸੋਚ ਸਮਝ ਕੇ ਪਾਇਆ ਗਿਆ ਸੀ। ਜਦ ਬਾਬਾ ਸਾਹਿਬ ਜੀ ਦੁਆਰਾ ਰਮਾਬਾਈ ਜੀ ਨੂੰ ਚਿੱਠੀ ਲਿਖੀ ਗਈ ਤਾਂ ਬਾਬਾ ਸਾਹਿਬ ਜੀ ਕਿਸ ਵਿੱਚ ਭੂਮਿਕਾ ਦਾ ਜ਼ਿਕਰ ਕਰਦੇ ਹਨ। ਲੰਡਨ ਵਿੱਚ ਪਹਿਲੀ ਬੈਠਕ, ਲੰਡਨ ਵਿੱਚ ਦੂਜੀ ਬੈਠਕ, ਲੰਡਨ ਵਿੱਚ ਤੀਜੀ ਬੈਠਕ। ਉੱਤਰ ਆਉਣਾ ਗੋਲਮੇਜ਼ ਕਾਨਫਰੰਸ। ਸੋ ਅਜਿਹਾ ਕਈ ਵਾਰ ਹੁੰਦਾ ਹੈ ਕਿ ਕੁਐਸਚਨ ਨੂੰ ਘੁਮਾਉਣ ਦੇ ਲਈ, ਕੁਐਸਚਨ ਨੂੰ ਔਖਾ ਕਰਨ ਦੇ ਲਈ ਤਿੰਨ ਆਪਸ਼ਨਾਂ ਸੇਮ ਪਾਈ ਜਾਂਦੀਆਂ ਨੇ ਐਂਡ ਬੱਚੇ ਸੋਚਦੇ ਨੇ ਜੇ ਤਿੰਨ ਸੇਮ ਪਾਈਆਂ ਨੇ ਦੈਟ ਮੀਨਸ ਕਿ ਇਹਨਾਂ ਵਿੱਚ ਹੀ ਆਨਸਰ ਹੋਏਗਾ, ਪਰ ਇੱਦਾਂ ਨਹੀਂ ਹੁੰਦਾ। ਲਾਸਟ ਵਾਲਾ ਆਨਸਰ ਵੀ ਹੋ ਸਕਦਾ ਹੈ। ਤਾਂ ਇਹਦਾ ਆਨਸਰ ਗੋਲਮੇਜ਼ ਕਾਨਫਰੰਸ ਆਏਗਾ। यदि बाबा ना होते किताब किना द्वारा लिखी गई ਅਤੇ ਕਦੋਂ ਲਿਖੀ ਗਈ। ਬਹੁਤ ਇੰਪੋਰਟੈਂਟ ਕੁਐਸਚਨ, ਇਹਨੂੰ ਮਾਰਕ ਕਰ ਲਓ। ਸੋ ਇਹ ਕਿਤਾਬ ਭਦੰਤ ਆਨੰਦ ਕੋਸਲਾइन ਜੀ ਦੁਆਰਾ ਲਿਖੀ ਗਈ ਸੀ। 1969 'ਚ ਲਿਖੀ ਗਈ ਸੀ। ਮੈਂ ਫਿਰ ਰਿਪੀਟ ਕਰ ਦੇਵਾਂ, ਯਦि बाबा ना होते ਇਹ ਕਿਤਾਬ ਭਦੰਤ
ਆਨੰਦ ਕੋਸਟਲਾਈਨ ਜਿਹੜਾ ਲਿਖੀ ਗਈ 1969 ਵਿੱਚ। ਹਿੰਦੀ ਇਹਦੀ ਜਿਹੜੀ ਬੁੱਕ ਦਾ ਮੇਨ ਮੀਡੀਅਮ ਸੀਗਾ। ਬੋਧ ਆਚਾਰਿਆ ਸ਼ਾਂਤੀ ਸਵਰੂਪ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਤਾਂ ਜਨਮ 2 ਅਕਤੂਬਰ 1949 ਵਿੱਚ ਦਿੱਲੀ ਵਿਖੇ ਹੋਇਆ ਸੀ। ਪ੍ਰਬੁੱਧ ਭਾਰਤ ਫਾਊਂਡੇਸ਼ਨ ਦੁਆਰਾ ਆਯੋਜਿਤ ਸਭ ਤੋਂ ਪਹਿਲੀ ਕਿਤਾਬ ਪ੍ਰਤੀਯੋਗਤਾ ਦਾ ਨਾਮ ਜੀਵਨ ਗਾਥਾ ਸੀ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਚੰਗੇ ਵਿਚਾਰ ਮਰਦੇ ਨਹੀਂ, ਬਲਕਿ ਮੈਂ ਕਹਿੰਦਾ ਹਾਂ ਕਿ ਚੰਗੇ ਵਿਚਾਰ ਇੱਕ ਨਾਜ਼ੁਕ ਪੌਦੇ ਦੀ ਤਰ੍ਹਾਂ ਹੁੰਦੇ ਹਨ। ਇਹ ਵਾਕ ਡਾਕਟਰ ਅੰਬੇਦਕਰ ਜੀ ਦੁਆਰਾ ਲਿਖਿਆ ਗਿਆ ਸੀ। ਪ੍ਰਬੁੱਧ ਭਾਰਤ ਫਾਊਂਡੇਸ਼ਨ ਦੁਆਰਾ ਆਯੋਜਿਤ ਕੀਤੀ ਗਈ 15ਵੀਂ ਕਿਤਾਬ ਪ੍ਰਤੀਯੋਗਤਾ ਦਾ ਨਾਮ ਕੀ ਸੀ? ਸੋ ਉਹ ਸੀਗਾ ਆਧੁਨਿਕ ਭਾਰਤ ਦੇ ਨਿਰਮਾਤਾ। ਇੱਥੇ ਬੇਟਾ ਗੱਲ ਯਾਦ ਰੱਖਣ ਵਾਲੀ ਇਹ ਹੈ ਕਿ ਤੁਸੀਂ ਪਹਿਲੀ ਅਤੇ 15ਵੀਂ ਕਿਤਾਬ ਪ੍ਰਤੀਯੋਗਤਾ ਜ਼ਰੂਰ ਯਾਦ ਰੱਖ ਜਾਣੀ ਹੈ। ਪਹਿਲੀ ਜਿਹੜੀ ਸੀ ਉਹ ਸੀ ਜੀਵਨ ਗਾਥਾ, 15ਵੀਂ ਜਿਹੜੀ ਸੀਗੀ ਉਹ ਸੀ ਆਧੁਨਿਕ ਭਾਰਤ ਦੇ ਨਿਰਮਾਤਾ। ਜਿਹੜੀ 16ਵੀਂ ਕਿਤਾਬ ਪ੍ਰਤੀਯੋਗਤਾ ਦਾ ਨਾਮ ਹੈ ਡਾਕਟਰ ਅੰਬੇਦਕਰ ਦਾ ਜੀਵਨ ਸੰਘਰਸ਼। ਯਸ਼ਵੰਤ ਕਿਸ ਤੋਂ ਪੀੜਿਤ ਸੀ? ਨਮੂਨੀਆ ਤੋਂ ਪੀੜਿਤ ਸੀ। ਇੰਡੀਅਨ ਕੈਨ ਫਾਈਂਡ ਗੋਡ ਇਨ ਕੰਸਟੀਟਿਊਸ਼ਨ, ਇਹ ਵਾਕ ਕਿਹਨਾਂ ਦੁਆਰਾ ਪ੍ਰਸਤੁਤ ਕੀਤਾ ਗਿਆ? ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਮੋਸਟ ਰਿਪੀਟਡ ਕੁਐਸਚਨ ਜਿਹੜਾ ਹੈ ਉਹ ਹੈ। ਇਹਦਾ ਆਨਸਰ ਆਣਾ ਜਸਟਿਸ ਐਸ ਕਪਾੜੀਆ। ਕਦੋਂ ਲਿਖਿਆ ਗਿਆ? ਸਤੰਬਰ 1 2012 ਦੇ ਵਿੱਚ। ਇਹ ਹੋ ਚੁੱਕਾ ਹੈ ਕਿ ਪੇਪਰ 'ਚ ਇਹ ਕੁਐਸਚਨ ਆਇਆ ਸੀ ਅਤੇ ਹਰ ਆਪਸ਼ਨ 'ਚ ਜਸਟਿਸ ਐਸ ਕਪਾੜੀਆ ਹੀ ਸਨ, ਲੇਕਿਨ ਡੇਟ ਚੇਂਜ ਸੀਗੀ। ਤਾਂ ਡੇਟ ਜ਼ਰੂਰ ਯਾਦ ਰੱਖਣੀ ਹੈ 1 ਸਤੰਬਰ 2012। ਤਾਂ ਇਹ ਸਨ ਜਿਹੜਾ ਮੌਕ ਟੈਸਟ 1। ਮੌਕ ਟੈਸਟ 2 ਵੀ ਬਹੁਤ ਜਲਦੀ ਬਣ ਚੁੱਕਾ ਹੈ ਐਂਡ ਗਰੁੱਪ 'ਚ ਸ਼ੇਅਰ ਹੋ ਚੁੱਕਾ ਹੈ। ਤੁਸੀਂ ਜਲਦ ਜਾਓ ਅਤੇ ਮੌਕ ਟੈਸਟ 2 ਅਟੈਂਪਟ ਕਰਕੇ ਆਪਣੇ ਮਾਰਕਸ ਜਿਹੜੇ ਉਹ ਦੇਖੋ ਐਂਡ ਆਪਣੇ ਗਰੁੱਪ 'ਚ ਮਾਰਕਸ ਸ਼ੇਅਰ ਕਰੋ ਜਾਂ ਮੈਨੂੰ ਸ਼ੇਅਰ ਕਰੋ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਆਪਣੇ ਪ੍ਰੋਬਲਮ ਨੂੰ ਕਮੈਂਟ ਬਾਕਸ ਲਿਖ ਸਕਦੇ ਹੋ ਜਾਂ ਸਾਡੀ ਈਮੇਲ computertime@gmail.com ਤੇ ਕਰ ਸਕਦੇ ਹੋ ਜਾਂ ਟੈਲੀਗ੍ਰਾਮ ਗਰੁੱਪ ਜੁਆਇਨ ਕਰਕੇ ਸਾਨੂੰ ਪਰਸਨਲੀ ਮੈਸੇਜ ਵੀ ਕਰ ਸਕਦੇ ਹੋ। ਜਲਦੀ ਮਿਲਾਂਗੇ ਇੱਕ ਨਵੇਂ ਮੌਕ ਟੈਸਟ ਦੇ ਨਾਲ। ਤਦ ਤੱਕ ਲਈ ਧੰਨਵਾਦ।